ਵਾਹਿਗੁਰੂ 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 ਵਾਹਿਗੁਰੂ। ਸੋਰਠ ਮਹੱਲਾ ਪੰਜਵਾ। ਮਾਇਆ ਮੋਹ ਮਗਨ ਅੰਧਿਆਰੈ, ਦੇਵਨਹਾਰ ਨਾ ਜਾਣੈ। ਜੀਉ ਪਿੰਡ ਸਾਜ ਦਿਨ ਰਚਿਆ, ਬਲ ਆਪਣੋ ਕਰ ਮਾਨੈ। ਮਾਇਆ ਮੋਹ ਮਗਨ ਅੰਧਿਆਰੈ, ਦੇਵਨਹਾਰ ਨਾ ਜਾਣੈ। ਜੀਉ ਪਿੰਡ ਸਾਜ ਦਿਨ ਰਚਿਆ, ਬਲ ਆਪਣੋ ਕਰ ਮਾਨੈ। ਮਨ ਮੂੜੇ ਦੇਖ ਰਹੇ ਪ੍ਰਭ ਸੁਆਮੀ, ਜੋ ਕਿਛ ਕਰੈ ਸੋਈ ਸੋਈ ਜਾਣੈ। ਰਹਿ ਨਾ ਕਛੁ ਛਾਨੀ, ਜਿਹਵਾ ਸਵਾਦ ਲੋਭ ਮਦ ਮਾਤੋ, ਉਪਜੇ ਅਨਕ ਬਿਕਾਰਾ। ਬਹੁਤ ਜੋਨ ਭਰਮਤ ਦੁਖ ਪਾਇਆ, ਹਾਂ ਮੈਂ ਬੰਧਨ ਕੇ ਭਾਰਾ। ਦੇ ਕਿਵਾੜ ਅਨਕ ਪੜਦੇ ਮਹਿ, ਪਰ ਬਾਰਾ ਸੰਗ ਫਾਕੈ। ਚਿਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਕਾਢ ਲੇਹੁ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸਰਣਾਈ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਕਾਢ ਲੇਹੁ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ गुरु सवारे गुरु के कीर्तनिया पासों आप जी ने सरवन कीते हैं।
ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੁਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 616 ਤੇ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੀਵਨ ਸਫਲਾਉਣ ਦੇ ਲਈ ਜੋ ਜੁਗਤ ਸਿੱਖਿਆ ਉਪਦੇਸ਼ ਢੰਗ ਤਰੀਕਾ ਸਾਨੂੰ ਸਮਝਾਉਂਦੇ ਹਨ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ, ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਆਗਮਨ ਪੁਰਬ ਵੀ ਹੈ। ਸਤਿਗੁਰਾਂ ਦੇ ਜੀਵਨ ਨੂੰ ਵਿਚਾਰਨਾ ਹੈ ਤੇ ਸਿੱਖਿਆਵਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਨ ਦਾ ਯਤਨ ਕਰਨਾ ਹੈ। ਆਓ ਇੱਕ ਵਾਰੀ ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਇਹ ਭੱਟ ਸਾਹਿਬ ਦੇ ਬਚਨ ਨੇ। ਸਤਿਗੁਰੂ ਭਾਈ ਤੇਜਭਾਨ ਦੇ ਘਰ ਮਾਤਾ ਲక్ష్ਮੀ ਦੀ ਕੁੱਖੋਂ 5 ਮਈ 1479 ਨੂੰ ਬਾਸਰ ਕੇ ਪਿੰਡ ਵਿੱਚ ਜਨਮ ਲੈਂਦੇ ਨੇ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਕੋਈ ਬਹੁਤਾ ਦੂਰ ਨਹੀਂ। ਸਤਿਗੁਰਾਂ ਦਾ ਜੀਵਨ ਧਾਰਮਿਕ ਰਸਮਾਂ ਤੋਂ ਹੀ ਆਰੰਭ ਹੁੰਦਾ ਹੈ, ਕਿਉਂਕਿ ਘਰ ਦੇ ਅੰਦਰ ਪਿਤਾ ਸਨਾਤਨ ਧਰਮ ਦੇ ਦੱਸੇ ਮੁਤਾਬਕ ਕਰਮ ਕਰਦੇ ਨੇ। ਸਤਿਗੁਰੂ ਜੀ ਵੀ ਉਸੇ ਤਰ੍ਹਾਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਰੱਖਦੇ ਨੇ ਤੇ ਆਪਾਂ ਨੂੰ ਇਹ ਪਤਾ ਹੈ ਕਿ ਵਿਆਹ ਸਤਿਗੁਰਾਂ ਦਾ ਭਾਈ ਦੇਵੀ ਚੰਦ ਦੀ ਬੱਚੀ ਰਾਮ ਕੌਰ ਦੇ ਨਾਲ ਹੋਇਆ। 2 ਸੁਪੁੱਤਰ ਵੀ ਉਹਨਾਂ ਦੇ ਘਰ ਹੋਏ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਸੁਪੁੱਤਰੀਆਂ ਵੀ ਹੋਈਆਂ, ਦਾਨੀ ਜੀ ਤੇ ਭਾਨੀ ਜੀ। ਗ੍ਰਸਤੀ ਨੇ, ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਲਗਾਤਾਰ 20 ਸਾਲ ਹਰਿਦੁਆਰ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਣਾ, ਹੋਰ ਪੁੰਨ ਕਰਮ ਕਰਨੇ,
ਆਪਣੇ ਜੀਵਨ ਦੇ ਅੰਦਰ ਇਹ ਕਰਮ ਕਰਦੇ ਰਹੇ, ਪਰ ਇੱਕ ਸਮਾਂ ਹੁੰਦਾ ਹੈ ਕਿਹੜਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪਹਿਲੀ ਗੱਲ, ਦੁਰਗਾ ਦਾਸ ਪੰਡਤ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਤਿਗੁਰਾਂ ਨੂੰ ਇੱਕ ਗੱਲ ਕਹੀ ਕਿ ਤੁਹਾਡੇ ਪੈਰਾਂ ਵਿੱਚ, ਤੁਹਾਡੇ ਹੱਥਾਂ ਵਿੱਚ ਮੈਂ ਪਦਮ ਰੇਖਾ ਵੇਖੀ ਏ, ਤੇ ਮੇਰੀ ਵਿਦਿਆ ਇਹ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸੇ ਵੱਡੀ ਪਦਵੀ ਦੇ ਮਾਲਕ ਬਣੋਗੇ। ਸਤਿਗੁਰੂ ਹੱਸ ਪਏ ਤੇ ਕਹਿਣ ਲੱਗੇ ਬਹੁਤੀ ਬੀਤ ਗਈ ਏ, ਥੋੜੀ ਰਹਿ ਗਈ ਏ, ਕਿਉਂਕਿ ਲਗਭਗ 62 ਸਾਲ ਦੀ ਉਮਰ ਹੋ ਚੁੱਕੀ ਹੈ। ਤੇ ਆਖਣ ਲੱਗੇ ਹੁਣ ਕਿਹੜੀ ਪਦਵੀ ਪ੍ਰਾਪਤ ਹੋਣੀ? ਪਰ ਕਹਿਣ ਲੱਗਾ ਨਹੀਂ ਸਤਿਗੁਰੂ, ਮੇਰੀ ਵਿਦਿਆ ਜੋ ਕੁਝ ਦੱਸਦੀ ਮੈਂ ਤੁਹਾਨੂੰ ਉਹ ਦੱਸ ਰਿਹਾ। ਸਤਿਗੁਰਾਂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ ਹਾਲੇ ਗੁਰੂ ਨਹੀਂ ਬਣੇ, ਉਸ ਵੇਲੇ ਇਹ ਬਚਨ ਕਹਿ ਰਿਹਾ। ਤੇ ਜਦੋਂ ਸਤਿਗੁਰਾਂ ਨੇ ਉਸ ਦੀ ਸੇਵਾ ਕਰਨੀ ਚਾਹੀ, ਕਿਉਂਕਿ ਉਹਨੇ ਸਰਾਂ ਬਣਾਈ ਹੋਈ ਸੀ, ਸਤਿਗੁਰੂ ਮਹਾਰਾਜ ਰਾਤ ਰਹਿ, ਲੰਗਰ ਪਾਣੀ ਵੀ ਛਕਿਆ, ਸੇਵਾ ਕਰਨੀ ਚਾਹੀ ਤੇ ਹੱਥ ਜੋੜ ਕੇ ਕਹਿਣ ਲੱਗਾ ਅੱਜ ਨਹੀਂ, ਜਦੋਂ ਆਪ ਜੀ ਵੱਡੀ ਪਦਵੀ ਦੇ ਮਾਲਕ ਬਣੋਗੇ ਫਿਰ ਤੁਹਾਡੇ ਕੋਲੋਂ ਮੈਂ ਇਹ ਸੇਵਾ ਪ੍ਰਾਪਤ ਕਰਾਂਗਾ। ਇਹ ਸਾਰਾ ਕੁਝ ਸਫ਼ਰ ਦੇ ਅੰਦਰ ਹਮ ਸਾਥੀ ਬਣਿਆ ਹੋਇਆ ਬ੍ਰਹਮਚਾਰੀ ਵੀ ਸੁਣ ਰਿਹਾ। ਸਤਿਗੁਰਾਂ ਦੇ ਉੱਤੇ ਪਹਿਲਾਂ ਵੀ ਉਹ ਬੜਾ ਵਿਸ਼ਵਾਸ ਭਰੋਸਾ ਰੱਖਦਾ ਸੀ ਵੀ ਨੇਕ ਬੰਦੇ ਨੇ, ਚੰਗਾ ਸੁਭਾਅ ਹੈ, ਪਰ ਜਦੋਂ ਜੋਤਸ਼ੀ ਨੇ ਜਾਂ ਦੁਰਗਾ ਪੰਡਤ ਨੇ ਗੱਲ ਕਹੀ ਉਸ ਦੇ ਮਨ ਅੰਦਰ ਹੋਰ ਵਿਸ਼ਵਾਸ ਬਣ ਗਿਆ। ਧਿਆਨ ਦੇਵਿਓ, ਆਇਆ ਬਾਸਰ ਕੇ ਪਿੰਡ ਸਤਿਗੁਰੂ ਮਹਾਰਾਜ ਦੇ ਨਾਲ ਤੇ ਸਹਿ ਸੁਭਾਏ ਸਤਿਗੁਰਾਂ ਦਾ ਸੁਭਾਅ ਵੇਖ ਕੇ ਪੁੱਛ ਬੈਠਾ ਤੁਹਾਡਾ ਗੁਰੂ ਕੌਣ ਹੈ? ਤੇ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਜ਼ੁਰਗੀ ਦੀ ਉਮਰ ਵਿੱਚ ਆਖਣ ਲੱਗੇ ਮੈਂ ਤਾਂ ਜੀਵਨ ਦੇ ਅੰਦਰ ਗੁਰੂ ਧਾਰਨ ਹੀ ਨਹੀਂ ਕੀਤਾ। ਫਿਰ ਧਿਆਨ ਦੇਵਿਓ ਸਾਧ ਸੰਗਤ, ਉਸ ਬ੍ਰਹਮਚਾਰੀ ਨੇ ਜਿਹੜੇ ਬਚਨ ਕਹੇ, ਮੈਂ ਅੱਜ ਬੇਨਤੀ ਕਰਾਂਗਾ ਇਹ ਕੇਵਲ ਸਾਖੀਆਂ ਸੁਣਨ ਵਾਸਤੇ ਨਹੀਂ, ਇਹਨਾਂ ਦਾ ਤੱਤ ਸਾਰ ਜੀਵਨ ਦੇ ਅੰਦਰ ਵਸਾਈਏ ਵੀ, ਕਿਉਂਕਿ ਸਤਿਗੁਰੂ ਮਹਾਰਾਜ ਦੇ ਆਪਣੇ ਬਚਨ ਹਰ ਬਾਰੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਪੁੱਤਰਾਂ ਤੋਂ ਸਪੁੱਤਰ ਬਣਾਉਂਦੀ ਹੈ ਕਿ ਗੁਰੂ ਕੀ ਬਾਣੀ, ਗੁਰੂ ਕੇ ਬਚਨ, ਬਜ਼ੁਰਗਾਂ ਦੀਆਂ ਜੀਵਨ ਘਟਨਾਵਾਂ, ਇਤਿਹਾਸ, ਇਹ ਸਾਨੂੰ ਪੁੱਤਰਾਂ ਤੋਂ ਸਪੁੱਤਰ ਬਣਾਉਂਦਾ ਹੈ। ਸਤਿਗੁਰੂ ਮਹਾਰਾਜ ਨੂੰ ਜਦੋਂ ਇਹ ਬਚਨ ਕਹੇ ਕਿ ਤੁਹਾਡਾ ਗੁਰੂ ਕੋਈ ਨਹੀਂ, ਕਹਿਣ ਲੱਗਾ ਤੁਹਾਡਾ ਸੰਗ ਕਰਕੇ ਮੇਰੇ ਧਰਮ ਦੇ ਮੁਤਾਬਕ ਮੈਨੂੰ ਇਉਂ ਮਹਿਸੂਸ ਹੋਇਆ ਹੈ ਕਿ ਮੇਰੇ ਕੀਤੇ ਹੋਏ ਸਾਰੇ ਸ਼ੁਭ ਕਰਮ ਜਿਹੜੇ ਨੇ ਨਾ ਉਹ ਨਾਸ ਹੋ ਗਏ ਨੇ। ਬਸ ਇੰਨੀ ਗੱਲ ਕਹਿ ਕੇ ਸਤਿਗੁਰਾਂ ਤੋਂ ਵਿਦਾਇਗੀ ਲੈ ਲਈ, ਤੁਰ ਗਿਆ। ਸਤਿਗੁਰੂ ਦੇ ਕੋਲ ਠਹਿਰਨਾ ਉਹਨੇ ਪਸੰਦ ਨਹੀਂ ਕੀਤਾ, ਪਰ ਹੁਣ ਰਾਤ ਨੂੰ ਸਤਿਗੁਰੂ ਮਹਾਰਾਜ ਆਰਾਮ ਕਰਨ ਵਾਲੀ ਜਗ੍ਹਾ ਤੇ ਆਰਾਮ ਕਰਦੇ ਨੇ, ਪਰ ਨਿੰਦਰ ਕਿੱਥੇ? ਨਿੰਦਰ ਨਹੀਂ ਆ ਰਹੀ। ਕੰਨਾਂ ਦੇ ਅੰਦਰ ਕੇਵਲ ਬਚਨ ਗੂੰਜ ਰਹੇ ਨੇ, ਮੈਂ ਨਿਗੁਰੇ ਹਾਂ, ਨਿਗੁਰਾ ਹਾਂ, ਨਿਗੁਰੇ ਦਾ ਸੰਗ ਬੁਰਾ ਹੈ, ਤੇ ਨਿਗੁਰੇ ਦਾ ਸੰਗ ਕਰਨ ਵਾਲਾ ਜਿਹੜਾ ਹੈ ਨਾ ਉਸ ਦੇ ਕੀਤੇ ਹੋਏ ਸਾਰੇ ਸ਼ੁਭ ਕਰਮ ਨਸ਼ਟ ਹੋ ਜਾਂਦੇ ਨੇ। ਬਸ ਮੈਂ ਨਿਗੁਰਾ ਹਾਂ, ਨਿਗੁਰੇ ਕਾ ਨਾਮ ਬੁਰਾ ਹੈ। ਇਹ ਗੱਲਾਂ ਕਰਦਿਆਂ ਕਰਦਿਆਂ ਨਿੰਦਰ ਨਹੀਂ ਆਈ। ਅੰਮ੍ਰਿਤ ਵੇਲਾ ਹੋ ਗਿਆ। ਇਧਰ ਸਾਧ ਸੰਗਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਮਹਾਰਾਜ ਦੇ ਭਤੀਜੇ ਜੱਸੂ ਦੇ ਨਾਲ ਵਿਆਹੀ ਹੋਈ ਸੀ, ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਘਰ ਵਿੱਚੋਂ ਸੰਸਕਾਰ ਪ੍ਰਾਪਤ ਹੋਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੰਗਤ ਕੀਤੀ, ਬਾਬਾ ਨਾਨਕ ਦੇ ਦਰਸ਼ਨ ਕੀਤੇ, ਤੇ ਉਸ ਵੇਲੇ ਬਾਰੀ ਨਾਲ ਜੁੜੀ
ਤੇ ਬਾਣੀ ਅੰਮ੍ਰਿਤ ਵੇਲੇ ਪੜ ਰਹੀ। ਕਦੋਂ? ਜਦੋਂ ਰੇੜਕਾ ਪਾਇਆ ਹੋਇਆ ਹੈ, ਰੇੜਕਾ ਰਿੜਕ ਰਹੀ ਹੈ, ਦੁੱਧ ਵਿੱਚੋਂ ਮੱਖਣ ਕੱਢਣ ਦੀ ਗੱਲ ਕਰ ਲਈਏ, ਉਸ ਵੇਲੇ ਸਾਧ ਸੰਗਤ ਸ਼ਬਦ ਪੜਦੀ ਪਈ ਹੈ। ਕਰਨੀ ਕਾਗਦ ਮਨ ਮਸੁਆਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀਨੀ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰੈਨ ਜਾਲ ਦਿਨ ਹੋਵਾ, ਜੇਤੀ ਘੜੀ ਤੇਤੀ ਫਾਹੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸੰਪੂੜੇ ਕਵਨ ਗੁਨੀ, ਕਾਇਆ ਆਰਨ ਮਨ ਵਿੱਚ ਡੋਹਾ, ਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਪਰ ਨਾਲ ਹੀ ਬਚਨ ਸੁਨੇ ਭਇਆ ਮਨੂਰ, ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਖਿਆਲ ਕਰਿਓ, ਬਾਣੀ ਤਾਂ ਬੀਬੀ ਅਮਰੋ ਰੋਜ਼ ਪੜਦੀ ਹੈ। ਬਾਬਾ ਅਮਰਦਾਸ ਵੀ ਇਸ ਘਰ ਦੇ ਅੰਦਰ ਰਹਿੰਦੇ ਨੇ, ਪਰ ਕਦੀ ਧਿਆਨ ਬਾਣੀ ਵੱਲ ਗਿਆ ਹੀ ਨਹੀਂ, ਕਦੀ ਧਿਆਨ ਬਾਣੀ ਵੱਲ ਗਿਆ ਹੀ ਨਹੀਂ। ਕਰਮ ਖੰਡਾਂ ਦੇ ਅੰਦਰ ਹੀ ਜ਼ਿੰਦਗੀ ਬਤੀਤ ਹੁੰਦੀ ਰਹੀ। ਬਸ ਤੀਰਥਾਂ ਦੇ ਇਸ਼ਨਾਨ, ਪੁੰਨ, ਦਾਨ, ਵਰਤ ਇਤਿਆਦਿ ਆਪਣੇ ਜੀਵਨ ਦੇ ਅੰਦਰ ਕਰਮ ਕਰਦੇ ਰਹੇ। ਪਰ ਅੱਜ ਮੈਂ ਨਿਗੁਰਾ ਹਾਂ, ਨਿਗੁਰੇ ਦਾ ਨਾਮ ਬੁਰਾ ਹੈ। ਜਦੋਂ ਇਹ ਸ਼ਬਦ ਕੰਨਾਂ ਦੇ ਵਿੱਚ ਪਏ, ਸਾਧ ਸੰਗਤ ਭਇਆ ਮਨੂਰ, ਫਿਰ ਕੰਚਨ ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਪੜਨ ਵਾਲਾ ਬਾਣੀ ਪਿਆਰ ਨਾਲ ਪੜਦਾ ਹੋਵੇ, ਸੁਣਨ ਵਾਲੇ ਦੇ ਅੰਦਰ ਜਗਿਆਸਾ ਹੋਵੇ, ਤੇ ਸਾਧ ਸੰਗਤ ਬਾਣੀ ਵਾਲੇ ਤੱਕ ਪਹੁੰਚਾ ਦਿੰਦੀ ਹੈ। ਫਿਰ ਧਿਆਨ ਦੇਵਿਓ, ਜਿਸ ਦੀ ਬਾਣੀ ਹੈ ਉਸ ਤੱਕ ਪਹੁੰਚਾ ਦਿੰਦੀ ਹੈ। ਕੇਵਲ ਉਸ ਤੱਕ ਨਹੀਂ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆਪਾਂ ਪੜਦੇ ਹਾਂ, ਖਿਨ ਰਮ ਗੁਰ ਗਮ, ਹਰ ਦਮ ਨਹਿ ਜਮ, ਹਰ ਕੰਠ ਨਾਨਕ ਪੁਰਹਾਰੀ ਰੇ। ਕਿਉਂਕਿ ਸਤਿਗੁਰੂ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰੂ ਮਾਹੇ ਸਮਾਨ। ਇਹ ਬਾਣੀ ਜੋ ਜੀਉ ਜਾਣੈ, ਤੇ ਸਿਵਰਾ ਅੰਤਰ ਰਵੇ ਹਰਨਾਮਾ। ਸਤਿਗੁਰੂ ਮਹਾਰਾਜ ਨੇ ਸ਼ਬਦ ਸੁਨਿਆ, ਤੇ ਸ਼ਬਦ ਸੁਣ ਕੇ ਬੀਬੀ ਅਮਰੋ ਦੇ ਕੋਲ ਆ ਗਏ। ਕਿਉਂਕਿ ਜਿਹੜੀ ਅਜੇ ਨਵੀਂ ਵਿਆਹੀ ਇਸ ਘਰ ਦੇ ਅੰਦਰ ਨੂੰਹ ਦੇ ਰੂਪ ਵਿੱਚ ਆਈ ਏ, ਆਖਿਆ ਪੁੱਤਰ ਧੀਏ ਇਹ ਕਿਸ ਦੀ ਬਾਣੀ ਹੈ? ਸਾਧ ਸੰਗਤ ਆਖਿਆ ਗੁਰੂ ਨਾਨਕ ਮਹਾਰਾਜ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗ੍ਹਾ ਸਤਿਕਾਰਯੋਗ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਨੇ। ਧਿਆਨ ਦੇਵਿਓ, ਜਦੋਂ ਭਤੀਜੇ ਦੀ ਬਰਾਤ ਗਏ ਹੋਣਗੇ, ਕਿ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਨਹੀਂ ਹੋਇਆ ਹੋਣਾ, ਕਿਉਂਕਿ ਆਪ ਜੀ ਨੂੰ ਪਤਾ ਹੈ ਨਵਾਂ ਖੰਡਾਂ ਦੇ ਅੰਦਰ ਬਾਬਾ ਨਾਨਕ ਨੂੰ ਲੋਕ ਜਾਣਦੇ ਨੇ, ਤੇ ਕੀ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਬਾਬਾ ਅਮਰਦਾਸ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਗੁਰੂ ਨਾਨਕ ਦੀ ਜੋਤ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੇ ਨੇ, ਸਤਿਗੁਰੂ ਮਹਾਰਾਜ ਗੱਦੀ ਤੇ ਬਿਰਾਜਮਾਨ ਨੇ? ਪਤਾ ਸੀ, ਪਰ ਕਿਉਂ ਸਾਧ ਸੰਗਤ ਵਿੱਚ ਨਹੀਂ ਆਏ? ਕਿਉਂ ਬਾਣੀ ਦੇ ਨੇੜੇ ਨਹੀਂ ਆਏ? ਕਾਰਨ ਇੱਕੋ ਸੀ, ਇੱਕ ਤਾਂ ਵੱਡੀ ਉਮਰ ਦਾ ਮਾਣ, ਕਿਉਂਕਿ ਆਪ ਜੀ ਨੂੰ ਪਤਾ ਹੈ ਬਾਬਾ ਨਾਨਕ ਤੋਂ 10 ਸਾਲ ਛੋਟੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲੋਂ 25 ਸਾਲ ਵੱਡੇ ਨੇ। ਕੌਣ? ਗੁਰੂ ਅਮਰਦਾਸ ਜੀ ਮਹਾਰਾਜ। ਇੱਕ ਤਾਂ ਉਹਨਾਂ ਦੇ ਅੰਦਰ ਵੱਡੀ ਉਮਰ ਦਾ ਮਾਣ, ਤੇ ਦੂਜਾ ਜਿਹੜੇ ਕਰਮ ਤੈਅ ਕਰਦੇ ਸੀ ਆਪਣੇ ਜੀਵਨ ਦੇ ਅੰਦਰ, ਉਹਨਾਂ ਦਾ ਮਾਣ ਉਹਨਾਂ ਨੇ ਗੁਰੂ ਤੱਕ ਨਹੀਂ ਆਣ ਦਿੱਤਾ। ਅੱਜ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੀਬੀ ਅਮਰੋ ਨੂੰ ਇੱਕ ਗੱਲ ਕਹਿੰਦੇ ਨੇ, ਪੁੱਤਰ ਤੇਰਾ ਨਾਮ ਵੀ ਅਮਰੋ, ਮੇਰਾ ਨਾਮ ਵੀ ਅਮਰ, ਪਰ ਤੂੰ ਆਪਣੇ ਜੀਵਨ ਦੇ ਅੰਦਰ ਆਪਣੇ ਨਾਮ ਦੇ ਅਰਥਾਂ ਨੂੰ ਸਮਝ ਲਿਆ ਤੇ ਆਪਣੇ ਨਾਮ ਨੂੰ ਸਫਲ ਕਰ ਲਿਆ ਹੈ, ਪਰ ਮੈਂ ਹਾਲੇ ਆਪਣੇ ਨਾਮ ਦੇ ਅਰਥਾਂ ਨੂੰ ਸਮਝਿਆ ਵੀ ਨਹੀਂ, ਸਫਲ ਵੀ ਨਹੀਂ ਕਰ ਸਕਿਆ। ਮੇਰੇ ਉੱਤੇ ਕਰ ਕਿਰਪਾ, ਮੈਨੂੰ ਗੁਰੂ ਤੱਕ ਲੈ ਚੱਲ। ਧਿਆਨ ਦੇਵਿਓ ਸਾਧ ਸੰਗਤ, ਅੱਜ ਬੀਬੀ ਅਮਰੋ ਨੂੰ ਨਾਲ ਲੈ ਕੇ ਸਤਿਗੁਰੂ ਮਹਾਰਾਜ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਨੇ।
ਸਤਿਗੁਰੂ ਕੁਰਮ ਜਾਣ ਕੇ ਸਤਿਕਾਰ ਕਰਨ ਵਾਸਤੇ ਉੱਠੇ, ਲੰਮੇ ਪੈ ਗਏ। ਕਹਿਣ ਲੱਗੇ, ਮੈਂ ਅੱਜ ਕੁਰਮ ਬਣ ਕੇ ਨਹੀਂ ਆਇਆ, ਅੱਜ ਮੰਗਤਾ ਬਣ ਕੇ ਆਇਆ ਹਾਂ, ਅੱਜ ਲੋੜਵੰਦ ਬਣ ਕੇ ਆਇਆ ਹਾਂ, ਅੱਜ ਜੀਵਨ ਅਰਪਣ ਕਰਨ ਵਾਸਤੇ ਆਇਆ ਹਾਂ। ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਲਾਓ, ਗੁਰੂ ਦੀਖਿਆ ਮੈਨੂੰ ਦੇਵੋ ਤੇ ਮੇਰਾ ਜੀਵਨ ਜਿਹੜਾ ਹੈ ਇਸ ਨੂੰ ਸਫਲ ਕਰੋ। ਸਤਿਗੁਰਾਂ ਨੇ ਧੀਰਜ ਦਿੱਤਾ, ਸਿਰ ਤੇ ਹੱਥ ਰੱਖਿਆ, ਆਪਣੇ ਪੈਰਾਂ ਦੇ ਵਿੱਚੋਂ ਉਠਾਇਆ ਤੇ ਸਾਧ ਸੰਗਤ ਗੁਰਮਤ ਦੀ ਸੋਝੀ ਪ੍ਰਦਾਨ ਕੀਤੀ। ਮੈਂ ਬੇਨਤੀ ਕਰਾਂਗਾ, ਅੱਜ ਆਪਾਂ ਗੁਰੂ ਵਾਲੇ ਵੀ ਬਣ ਜਾਂਦੇ ਹਾਂ, ਪਰ ਜਿਹੜੀ ਸਿੱਖਿਆ ਸਾਨੂੰ ਪੰਜ ਪਿਆਰੇ ਦਿੰਦੇ ਨੇ ਉਸ ਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕਰਦੇ। ਮੈਂ ਇੱਕ ਛੋਟੀ ਜੀ ਗੱਲ ਕਰ ਲਵਾਂ, ਬਹੁਤ ਸਾਰੀਆਂ ਭੈਰਾਂ ਜਿਨ੍ਹਾਂ ਨੂੰ ਮੈਂ ਵੇਖਦਾ ਅੰਮ੍ਰਿਤ ਛਕਿਆ ਹੁੰਦਾ ਹੈ, ਕਕਾਰ ਪਾਏ ਹੁੰਦੇ ਨੇ, ਪਰ ਉਸ ਵੇਲੇ ਪੰਜ ਪਿਆਰੇ ਜੋ ਗਹਿਣੇ ਸਰੀਰ ਤੇ ਧਾਰਨ ਕੀਤੇ ਹੁੰਦੇ ਹਨ, ਭਾਵ ਸ਼ੇਕ ਕਰਕੇ ਉਹ ਲੁਹਾ ਦਿੰਦੇ ਨੇ ਵੀ ਭੈਣੋ ਤੁਸੀਂ ਇਹ ਜਿਹੜੇ ਨੇ ਨਾ ਗਹਿਣੇ ਉਤਾਰ ਦਿਓ। ਪਰ ਮੈਂ ਬੇਨਤੀ ਕਰਾਂ, ਸਾਧ ਸੰਗਤ ਉੱਥੇ ਉਤਾਰ ਦਿੱਤੇ ਤੇ ਜਦੋਂ ਆਪਾਂ ਅੰਮ੍ਰਿਤ ਛਕ ਕੇ ਬਾਹਰ ਨਿਕਲੇ ਤੇ ਬਾਹਰ ਆ ਕੇ ਫਿਰ ਪਾ ਲੈ। ਅੰਮ੍ਰਿਤ ਵੀ ਛਕਿਆ ਹੁੰਦਾ ਹੈ ਤੇ ਫਿਰ ਵੀ ਜਿਹੜੇ ਛੇਦੇ ਹੋਏ ਗਹਿਣੇ ਹਨ, ਛੇਦ ਕਰਕੇ ਪਾਏ ਜਾਂਦੇ ਹਨ, ਉਹ ਫਿਰ ਬੀਬੀਆਂ ਨੇ ਪਾਏ ਹੁੰਦੇ ਨੇ। ਮੈਂ ਬੇਨਤੀ ਕਰਾਂ, ਅਸੀਂ ਗੁਰੂ ਦੀ ਗੱਲ ਮੰਨਣ ਦੇ ਲਈ ਕਦੋਂ ਤਿਆਰ ਹਾਂ ਤੇ ਸਾਡੇ ਉੱਤੇ ਗੁਰੂ ਦੀ ਕਿਰਪਾ ਕਿਵੇਂ ਹੋਵੇਗੀ? ਅਸੀਂ ਕਹੀ ਜਾਂਦੇ ਹਾਂ, ਕਰ ਕਿਰਪਾ, ਸਾਡੇ ਉੱਤੇ ਮਿਹਰ ਕਰ, ਬਖਸ਼ਿਸ਼ ਕਰ, ਪਰ ਗੁਰੂ ਦੀ ਗੱਲ ਮੰਨਣ ਦੇ ਲਈ ਤਿਆਰ ਨਹੀਂ। ਗੁਰੂ ਅਮਰਦਾਸ ਜੀ ਨੇ ਇਸੇ ਵਾਸਤੇ ਆਖਿਆ ਸੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਹੁਕਮ ਮੰਨਾਂਗੇ ਤਾਂ ਕੁਝ ਪ੍ਰਾਪਤ ਹੋਵੇਗਾ। ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ ਹੈ, ਨਾ ਸੀਰਤ ਬੁਰੀ ਹੈ ਨਾ ਸੂਰਤ ਬੁਰੀ ਹੈ, बुरा वो है जिसकी सासंगत नीयत बुरी है। फिर ध्यान देवियो, सूरत सीरत बुरी नहीं, नीयत बुरी होती है। क्योंकि महाराज पावन बाणी दे अंदर भी कृपा करते ने, जे नीयत रास हो जावे ते सब कुछ ठीक हो जाता है। असी गुरु दी बारी पढ़ांगे भी, गुरु दी गल सुनांगे भी, पर गुरु दी गल नूं मन्नण दे लई तैयार नहीं, अपने जीवन दे अंदर धारण करन दे तैयार नहीं। मैं बेनती करा, गुरु अंगद देव जी महाराज जिन्हां उत्ते गुरु नानक पातशाह त्रुथे ते गुरु अंगद देव जी महाराज गुरु अमरपदास पातशाह दे उत्ते त्रुथे। ध्यान देवियो, दोवां गुरुआं नूं ही केवल ते केवल गुरु की बारी अकाल पुरख दी सिफतो सलाह गुरु दर ते लैके आई है। उधर भाई जोध बाणी पढ़ते ने, गुरु अंगद देव जी महाराज सुनते ने, जित कीता पाइए अपना सा घाल बुरी क्यों घालिया। ये बचन सुन के गुरु दे चरना तक पहुंच गए। आज बीबी अमरो ने शब्द पढ़िया ते शब्द सुन के गुरु चरना तक पहुंच गए। ते मैं बेनती करा, गुरु चरना दे विच आके अपनी मत दा त्याग कर दिता ते गुरु दी मत धारण कर लई। क्योंकि अपनी जिंदगी दा तत गुरु अमरदास पातशाह ने 2 पौड़ियां दे अंदर समझा दिता। जे सिखा तो सिख अखवांदा है, फिर केवल गुरु दे परने हो जा, गुरु दी गल मन, जो गुरु आखदा है ओनू अपने जीवन दे अंदर धारण कर। ते जे बेमुख होया रवेगा, गुरु दी कृपा दा पात्र नहीं बनेगा। ध्यान रखी, जिन्ने जन्म मर्जी लै लै, तेरा जीवन दा चक्कर कटिया नहीं जाएगा, जन्म मरण दा चक्कर कटिया नहीं जाएगा। क्योंकि जे को सिख गुरु सेती सन्मुख होवे तां सन्मुख सिख कोई। जियो रहे गुरु नाले, गुरु के चरण हृदय ध्याए, अंतर आत्म संभाले। आप शब्द सदा रह परने, गुर बिन अवर न जाने कोई। कह नानक सुनो संतो, सो सिख सन्मुख होए। जे को गुरु ते वेमुख होवे, बिन सतगुरु मुक्त न पावे। पावे मुक्त न होर तै कोई, पुछो विवेकियां जाए, अनेक जोनी भरम आवे। बिन सतगुरु मुक्त न पाए, क्योंकि फिर मुक्त पाए लाग चरनी, सतगुरु शब्द सुनाए। कह नानक विचार देखो, बिन सतगुरु मुक्त न पाए। अगे जाके कह दिता, आवो सिख सतगुरु के प्यारियो, गावो सच्ची बाणी। ते नारे कह दिता, सतगुरु बिना
ਹੋਰ ਕੱਚੀ ਹੈ ਬਾਰੀ, ਬਾਣੀ ਲੈ ਕੇ ਆਈਏ ਗੁਰੂ ਅਮਰਦਾਸ ਪਾਤਸ਼ਾਹ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਤੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਇੱਕ ਬਚਨ ਜਿਹੜਾ ਹੈ ਨਾ ਭੱਟਾ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਉਚਾਰਨ ਕੀਤਾ ਹੈ। ਉਹ ਆਖਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਗੁਰੂ ਅਰਜਨ ਦੇਵ ਜੀ, ਤੁਹਾਡੇ ਉੱਤੇ ਗੁਰੂ ਦੀ ਕਿਰਪਾ ਹੈ, ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ। ਤੁਸੀਂ ਜੰਮਦਿਆਂ ਹੀ ਬ੍ਰਹਮ ਨੂੰ ਪਹਿਚਾਨ ਲਿਆ, ਬ੍ਰਹਮ ਨਾਲ ਤੁਹਾਡੀ ਜਾਣ ਪਹਿਚਾਨ ਹੋ ਗਈ। ਕਿਵੇਂ? ਕਿਉਂਕਿ ਘਰ ਵਿੱਚ ਗੁਰਮਤ ਦਾ ਪਹਿਰਾ ਸੀ, ਘਰ ਵਿੱਚ ਗੁਰਮਤ ਦਾ ਪਹਿਰਾ ਸੀ। ਸਤਿਕਾਰਯੋਗ ਪਿਤਾ ਗੁਰੂ ਰਾਮਦਾਸ ਜੀ ਨੇ, ਸਤਿਕਾਰਯੋਗ ਮਾਤਾ ਭਾਨੀ ਜੀ ਨੇ। ਤੇ ਧਿਆਨ ਜਿਵੇਂ ਸਾਧ ਸੰਗਤ, ਗੁਰਮਤ ਦਾ ਪਹਿਰਾ ਘਰ ਦੇ ਵਿੱਚ। ਨਾਨਾ ਗੁਰੂ ਦੀ ਸੰਗਤ 11 ਸਾਲ ਜੀਵਨ ਦੇ ਅੰਦਰ ਕੀਤੀ ਤੇ ਆਪਣੇ ਆਪ ਹੀ ਗੁਰਮਤ ਜਨਮਤ ਤੋਂ ਆ ਜਾਣੀ ਸੀ। ਪਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਨਮ ਤੋਂ ਗੁਰਮਤ ਨਹੀਂ ਮਿਲੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਨਮ ਤੋਂ ਗੁਰਮਤ ਨਹੀਂ ਮਿਲੀ, ਕਿਉਂਕਿ ਉੱਥੇ ਤਾਂ ਕਰਮ ਕਾਂਡਾਂ ਦੀ ਗੱਲ ਸੀ। ਬਾਬਾ ਫੇਰੂ ਜੀ ਦੇ ਘਰ ਵਿੱਚ ਕਰਮ ਕਾਂਡਾਂ ਦੀ ਗੱਲ ਸੀ, ਦੇਵੀ ਦੇਵਤਿਆਂ ਨੂੰ ਪੂਜਿਆ ਜਾਂਦਾ ਸੀ, ਕਰਮ ਕਾਂਡ ਕੀਤੇ ਜਾਂਦੇ ਸੀ। ਗੁਰੂ ਅਮਰਦਾਸ ਜੀ ਦੇ ਘਰ ਸਾਧ ਸੰਗਤ ਆਪ ਜੀ ਅੰਦਾਜ਼ਾ ਲਾਇਓ 1479 ਵਿੱਚ ਜਨਮ ਹੁੰਦਾ ਹੈ ਤੇ 1541 ਦੇ ਅੰਦਰ ਸਤਿਗੁਰੂ ਮਹਾਰਾਜ ਜਿਹੜੇ ਨੇ ਨਾ, ਧਿਆਨ ਦੇਵਿਓ, ਇਸ ਪਾਸੇ ਵੱਲ ਤੁਰਦੇ ਨੇ ਧਰਮ ਦੀ ਕਿਰਿਆ ਕਰਨ। ਤੇ ਫਿਰ ਅੱਗੇ ਸਤਿਗੁਰੂ ਮਹਾਰਾਜ ਜਿਹੜੇ ਨੇ 62 ਸਾਲ ਦੀ ਉਮਰ ਦੇ ਅੰਦਰ ਜਾ ਕੇ 79 ਤੇ 62, ਧਿਆਨ ਦੇਵਿਓ, ਆਪਾਂ ਕਿੰਨੇ ਸਾਲ ਲੰਘ ਗਏ। ਗੁਰੂ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕਰਮਕਾਂਡ ਕੀਤੇ ਤੇ ਉਹਨਾਂ ਨੇ ਫਿਰ ਵੀ ਜਦੋਂ ਗੁਰੂ ਦੀ ਮੱਤ ਧਾਰਨ ਕੀਤੀ ਨਾ, ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਸਾਰੇ ਕਰਮਕਾਂਡ ਆਪਣੇ ਜੀਵਨ ਦੇ ਵਿੱਚੋਂ ਛੱਡ ਦਿੱਤੇ। ਕੇਵਲ ਤੇ ਕੇਵਲ ਸਾਧ ਸੰਗਤ ਉਹਨਾਂ ਨੇ ਗੁਰਮਤ ਨੂੰ ਧਾਰਨ ਕਰ ਲਿਆ ਤੇ ਗੁਰਮਤ ਨੂੰ ਧਾਰਨ ਕਰਕੇ ਜੀਵਨ ਪੰਧ ਤੇ ਤੁਰ ਪਏ। ਸੇਵਾ ਦਾ ਪੱਖ ਆਪਾਂ ਵੇਖੀਏ, ਸਤਿਗੁਰੂ ਮਹਾਰਾਜ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਹੈ। ਪਰ ਮੈਂ ਅੱਜ ਵੀ ਸਾਰੇ ਸੇਵਾਦਾਰ ਥਾਂ ਪਰ ਥਾਂ ਜਿੱਥੇ ਵੀ ਸੇਵਾ ਕਰਦੇ ਨੇ, ਪ੍ਰਬੰਧ ਤੋਂ ਲੈ ਕੇ ਝਾੜੂ ਫੇਰਨ ਤੱਕ, ਮੈਂ ਬੇਨਤੀ ਕਰਾਂਗਾ, ਪ੍ਰਬੰਧ ਤੋਂ ਲੈ ਕੇ ਝਾੜੂ ਫੇਰਨ ਤੱਕ, ਭਾਂਡੇ ਮਾਂਜਣ ਤੱਕ, ਜਿੰਨੇ ਵੀ ਸੇਵਾਦਾਰ ਨੇ, ਭਾਵੇਂ ਉਹ ਪ੍ਰਧਾਨ ਸਾਹਿਬ ਹੋਣ, ਭਾਵੇਂ ਸਿੰਘ ਸਾਹਿਬਾਨ ਹੋਣ, ਭਾਵੇਂ ਜਥੇਦਾਰ ਹੋਣ ਤੇ ਭਾਵੇਂ ਸਾਧ ਸੰਗਤੀ ਤੌਰ ਤੇ ਭਾਂਡੇ ਮਾਂਜਣ ਵਾਲੇ ਹੋਣ, ਇੱਕ ਨਿਸ਼ਾਨਾ ਬਣਾ ਕੇ ਆਪਣੇ ਜੀਵਨ ਦੇ ਅੰਦਰ ਚੱਲਣ ਤੇ ਸੇਵਾ ਕਰਨ ਤੇ ਫਿਰ ਸੇਵਾ ਥਾਂ ਪੈਂਦੀ ਏ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਏ, ਕਿਰਪਾ ਹੁੰਦੀ ਏ, ਕਿਉਂਕਿ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਬਸ ਇਹ ਗੱਲ ਸੇਵਾਦਾਰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ। ਇੱਥੇ ਤਾਂ ਸੇਵਾ ਪਿੱਛੇ ਲੜਾਈਆਂ ਹੋ ਰਹੀਆਂ ਨੇ, ਲੈ ਇਹਨੇ ਚਾਦਰ ਕਿਉਂ ਫੜ ਲਈ, ਇਹਨੇ ਤੌਲੀਆ ਕਿਉਂ ਫੜ ਲਿਆ, ਇਹਨੇ ਬਾਲਟੀ ਮੇਰੀ ਕਿਉਂ ਫੜ ਲਈ, ਇਹਨੇ ਰੱਸੀ ਕਿਉਂ ਫੜ ਲਈ। ਇੱਥੇ ਤਾਂ ਧੜੇਬਾਜ਼ੀ ਸੇਵਾ ਵਿੱਚ ਹੋਈ ਪਈ ਏ। ਤੇ ਮੈਂ ਬੇਨਤੀ ਕਰਾਂ, ਸਤਿਗੁਰੂ ਦਾ ਮਨ ਕਿਵੇਂ ਮੰਨੇਗਾ, ਸੇਵਾ ਸਫਲ ਕਿਵੇਂ ਹੋਵੇਗੀ। ਪਿਆਰਿਓ, ਅੱਜ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ। ਮੈਂ ਸੇਵਾ ਕਰਨ ਵਾਲੇ ਸਾਰਿਆਂ ਨੂੰ, ਉੱਚੇ ਦਰਜੇ ਤੋਂ ਲੈ ਕੇ ਭਾਵੇਂ ਥੱਲੇ ਭਾਂਡੇ ਮਾਂਜਣ ਤੇ ਝਾੜੂ ਫੇਰਨ ਤੱਕ ਸੇਵਾ ਕਰਨ ਵਾਲੇ ਹਰ ਸਾਰਿਆਂ ਨੂੰ ਬੇਨਤੀ ਕਰਾਂਗਾ, ਇਹ ਨਿਸ਼ਾਨਾ ਬਣਾ ਲਈਏ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨੇ, ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਸੰਮਲ ਭੰਨੇ। ਇਹ ਅਵਸਥਾ ਕਿਵੇਂ ਬਣੀ? ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖੈ, ਉਹ ਵੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਸਾਰਾਜ ਸ੍ਰਿਸ਼ਟ ਕਾ ਲੇ। ਫਿਰ ਬੇਨਤੀ ਕਰਾਂਗਾ, ਸੇਵਾ ਦਾ ਪੱਖ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਅੰਦਰ ਹੈ। ਲਗਾਤਾਰ 12 ਕੁ ਸਾਲ ਗਾਗਰ ਢੋਈ ਤੇ ਸਾਧ ਸੰਗਤ ਲੰਗਰ ਦੀ ਸੇਵਾ ਕੀਤੀ, ਝੂਠੇ ਬਰਤਨ ਮਾਂਜੇ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ। ਇੱਕ ਘਟਨਾ ਇਤਿਹਾਸ ਵਿੱਚ ਮਿਸਾਲ ਬਣ ਗਈ ਜਿਦਨ ਕਿਰਪਾ ਹੋਈ ਹੈ, ਕਿਉਂਕਿ ਜੁਲਾਹੇ ਦੀ ਖੱਡੀ ਵਿੱਚ ਪੈਰ ਅੜਿਆ ਸੀ ਨਾ। ਜੁਲਾਹੇ ਨੇ ਜਦੋਂ ਖੜਾਕਾ ਹੋਇਆ, ਕੁਦਰਤੀ ਪੁੱਛ ਲਿਆ, ਕੌਣ ਹੈ?
ਤੇ ਜੁਲਾਹੀ ਕਹਿਣ ਲੱਗੀ ਹੋਵੇਗਾ ਅਮਰੂ ਨਿਥਾਵਾ, ਜਿਹੜਾ ਲੋਕ ਲਾਜ ਨੂੰ ਪਾਸੇ ਕਰਕੇ ਲੋਕ ਲਾਜ ਦੀ ਸ਼ਰਮ ਨਾ ਕਰਦਿਆਂ ਹੋਇਆ ਆਪਣੇ ਕੁੜਮਾਂ ਦੇ ਘਰ ਪਾਣੀ ਭਰਦਾ ਫਿਰਦਾ ਹੈ। ਤੇ ਉਸ ਵੇਲੇ ਆਖਿਆ ਹੋਵੇਗਾ ਅਮਰੂ ਨਿਥਾਵਾ, ਪਰ ਉਸ ਵੇਲੇ ਸਤਿਗੁਰਾਂ ਨੇ ਜਵਾਬ ਦਿੱਤਾ, ਕਮਲੀਏ ਮੈਂ ਨਿਥਾਵਾ ਨਹੀਂ, ਕਿਉਂਕਿ ਮੈਂ ਥਾ ਵਾਲਾ, ਅੱਜ ਮੈਂ ਗੁਰੂ ਵਾਲਾ ਹਾਂ। ਅੱਜ ਮੇਰੇ ਉੱਤੇ ਗੁਰੂ ਦੀ ਕਿਰਪਾ ਹੈ, ਗਾਗਰ ਸੰਭਾਲੀ ਘਰ ਆ ਗਏ। ਪਰ ਜੁਲਾਹੀ ਦੀ ਜੁਲਾਹੀ ਕਮਲੀ ਹੋ ਗਈ, ਉਹ ਵੀ ਮਗਰ ਆ ਗਿਆ। ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਆਖਣ ਲੱਗੇ ਸਤਿਗੁਰੂ ਅੱਜ ਮੈਂ ਡਿੱਗ ਪਿਆ। ਤੇ ਮਹਾਰਾਜ ਕਹਿਣ ਲੱਗੇ ਅਮਰਦਾਸ, ਮੈਂ ਵੀ ਉਡੀਕਦਾ ਸੀ ਕਦੋਂ ਤੂੰ ਡਿੱਗੇ ਤੇ ਕਦੋਂ ਤੈਨੂੰ ਚੁੱਕ ਕੇ ਮੈਂ ਸਿੰਘਾਸਨ ਤੇ ਬਿਠਾਵਾ, ਕਿਉਂਕਿ ਜਿਹੜਾ ਫਲ ਪੱਕ ਜਾਂਦਾ ਹੈ ਨਾ, ਉਹਨੂੰ ਤੋੜਨ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਡਿੱਗ ਪੈਂਦਾ ਹੈ। ਜੁਲਾਹਾ ਵੀ ਆ ਗਿਆ। ਜੁਲਾਹੀ ਨੇ ਜਦੋਂ ਸਾਰਾ ਕਮਲ ਆਪਣਾ ਘੋਟਿਆ ਤੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੇਰੀ ਜੁਲਾਹੀ ਕਮਲੀ ਹੋ ਗਈ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਸਤਿਗੁਰਾਂ ਦਾ ਨਿਰਾਦਰ ਕੀਤਾ ਹੈ, ਗੁਰੂ ਕੇ ਸਿੱਖ ਦਾ ਨਿਰਾਦਰ ਕੀਤਾ ਹੈ। ਇਹ ਬੋਲ ਇਹਨੇ ਬੋਲੇ ਸਨ ਨਿਥਾਵਾ ਨਹੀਂ, ਗੁਰੂ ਅਮਰਦਾਸ ਜੀ ਨਿਥਾਵੇ ਨਹੀਂ। ਪਰ ਜਦੋਂ ਕਿਰਪਾ ਕਰਨ ਲੱਗੇ ਉਸ ਵੇਲੇ ਆਖ ਦਿੱਤਾ, ਗੁਰੂ ਅਮਰਦਾਸ ਪਾਤਸ਼ਾਹ ਦੇ ਵਾਸਤੇ ਨਿਮਾਣੀਆਂ ਦੀ ਮਾਨ, ਨਿਤਾਰਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਕਿੰਨੀ ਹੀ ਬਖਸ਼ਿਸ਼ ਸਤਿਗੁਰੂ ਮਹਾਰਾਜ ਲਗਾਤਾਰ ਕਰ ਗਏ। ਤੇ 1552 ਦੇ ਅੰਦਰ ਕਿਰਪਾ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉੱਤੇ। ਤੇ ਸਤਿਗੁਰੂ ਜੋਤੀ ਜੋਤ ਸਮਾਨ ਤੋਂ ਪਹਿਲਾਂ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੌਂਪ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਤੇ ਆਪਣੇ ਸ਼ਲੋਕ ਜਿਹੜੇ ਉਹਨਾਂ ਨੇ ਉਚਾਰਨ ਕੀਤੇ ਹੋਏ ਸਨ, ਸਾਰੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਦਿੱਤੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਤੀ ਹੁਕਮ ਕਰ ਦਿੱਤਾ, ਜਿਹੜਾ ਆਪਣੀ ਹਾਜ਼ਰੀ ਦੇ ਅੰਦਰ ਗੋਂਦੇ ਖੱਤਰੀ ਦੀ ਬੇਨਤੀ ਕਰਨ ਤੇ ਨਗਰ ਵਸਾਇਆ ਸੀ ਗੋਇੰਦਵਾਲ ਸਾਹਿਬ, ਆਖਣ ਲੱਗੇ ਅੱਜ ਖੰਡੂਰ ਸਾਹਿਬ ਤੁਹਾਡਾ ਟਿਕਾਣਾ ਨਹੀਂ, ਇਹ ਟਿਕਾਣਾ ਛੱਡੋ ਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਪ ਜਾ ਕੇ ਬਿਰਾਜੋ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਪਰ ਪੁੱਤਰ ਬਾਬਾ ਦਾਸੂ ਤੇ ਦਾਤੂ ਨੇ ਸਾਧ ਸੰਗਤ ਇਸ ਗੱਲ ਨੂੰ ਮਨਜ਼ੂਰ ਨਹੀਂ ਕੀਤਾ, ਆਪਣੇ ਪਿਤਾ ਦੇ ਹੁਕਮ ਨੂੰ। ਹਾਲੇ ਕਿ ਉਹਨਾਂ ਦੇ ਸਾਹਮਣੇ ਸਭ ਕੁਝ ਵਾਪਰਿਆ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਰਹਿ ਗਏ। ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ, ਜਿਹੜੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਕੀ ਸੰਗਤ ਵਿੱਚ ਆਏ, ਉਹਨਾਂ ਉੱਤੇ ਕਿਰਪਾ ਹੋਈ। ਪਰ ਅੱਜ ਇਹ ਗੱਲ ਉਹਨਾਂ ਨੂੰ ਭੁੱਲ ਗਈ। ਅੱਜ ਹੱਕ ਜਤਾਉਂਦੇ ਨੇ, ਅੱਜ ਆਖਦੇ ਨੇ ਹੱਕ ਸਾਡਾ ਹੈ, ਇਹ ਸਾਡੇ ਘਰ ਦੇ ਸੇਵਾਦਾਰ ਨੇ। ਤੇ ਆਪ ਜੀ ਨੂੰ ਪਤਾ ਵੀ ਹੈ ਨਾ, ਜਿਹੜੇ ਚੁੱਕਣ ਵਾਲੇ ਸਨ ਉਹਨਾਂ ਨੇ ਚੁੱਕਿਆ ਤੇ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਸਤਿਗੁਰੂ ਤਖਤ ਤੇ ਬਿਰਾਜਮਾਨ ਨੇ। ਪਰ ਸਾਧ ਸੰਗਤ ਇਹਨੇ ਆ ਕੇ ਲੱਤ ਵੀ ਮਾਰ ਦਿੱਤੀ, ਸਤਿਗੁਰੂ ਥੱਲੇ ਵੀ ਡਿੱਗ ਪਏ। ਸਤਿਗੁਰਾਂ ਨੇ ਫਿਰ ਨਿਮਰਤਾ ਨਾਲ ਆਖਿਆ, ਗੁਰੂ ਪੁੱਤਰ ਹੋ, ਅਸੀਂ ਸੇਵਾ ਕਰਦੇ ਰਹੇ ਬਜ਼ੁਰਗੀ ਦੇ ਅੰਦਰ, ਸਾਡੇ ਹੱਡ ਜਿਹੜੇ ਨੇ ਨਾ ਸਖਤ ਹੋ ਗਏ ਨੇ, ਤੁਹਾਡੇ ਕੋਮਲ ਚਰਨਾਂ ਨੂੰ ਚੋਟ ਲੱਗੀ ਹੋਵੇਗੀ, ਹੁਕਮ ਦੱਸੋ। ਤੇ ਇਸ ਨੂੰ ਕਮਜ਼ੋਰੀ ਸਮਝਿਆ ਕਿਨੇ? ਬਾਬਾ ਦਾਤੂ ਜੀ ਨੇ। ਕਿਉਂਕਿ ਕਈ ਵਾਰੀ ਬੰਦਾ ਸਾਧ ਸੰਗਤ ਗਿਆਨਵਾਨ ਗਿਆਨ ਦੀ ਗੱਲ ਕਰਦਾ ਹੈ, ਪਰ ਜਿਹੜਾ ਅਗਿਆਨੀ ਹੁੰਦਾ ਹੈ ਨਾ, ਉਹ ਆਪਣੇ ਵੱਲੋਂ ਸਮਝਦਾ ਮੇਰੇ ਕੋਲ ਡਰ ਗਿਆ ਹੈ, ਇਹ ਮੇਰੇ ਕੋਲ ਡਰ ਕੇ ਭਾਵ ਜਿਹੜਾ ਸਹਿਮ ਗਿਆ। ਸਤਿਗੁਰੂ ਜੀ ਆਖਣ ਲੱਗੇ, ਗੁਰੂ ਪੁੱਤਰ ਹੁਕਮ ਕਰੋ। ਕਹਿਣ ਲੱਗੇ, ਗੱਦੀ ਦੇ ਮਾਲਕ ਅਸੀਂ ਹਾਂ, ਸੰਗਤਾਂ ਸਾਡੀਆਂ ਨੇ, ਛੱਡ ਜਾਓ ਇਹ ਅਸਥਾਨ। ਸਤਿਗੁਰਾਂ ਨੇ ਕਿਸੇ ਨੂੰ ਦੱਸਿਆ ਨਹੀਂ। ਬਾਸਰ ਕੇ ਪਿੰਡ ਆਪਾਂ ਵੇਖਦੇ ਹਾਂ, ਸੰਨ ਸਾਹਿਬ ਗੁਰਦੁਆਰਾ ਹੈ, ਆ ਕੇ ਬਿਰਾਜਮਾਨ ਹੋ ਗਏ। ਤੇ ਸਾਧ ਸੰਗਤ ਬਾਬਾ ਦਾਤੂ ਦੇ ਸਾਹਮਣੇ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ ਕੋਈ ਸੰਗਤ ਨਹੀਂ ਆਈ। ਆਖਰ ਝੱਖ ਮਾਰ ਕੇ ਕੁਝ ਸਮਾਨ ਚੁੱਕ ਕੇ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਰਿਹਾ ਸੀ। ਉਹ ਵੀ ਇਤਿਹਾਸਕਾਰਾਂ ਦੇ ਲਿਖਣ ਮੁਤਾਬਕ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸ ਲਿਖਿਆ ਗਿਆ ਨਾ, ਉਸ ਦੇ ਅੰਦਰ ਕਰਤਾਰ ਸਿੰਘ ਐਮਏ ਉਹ ਲਿਖਦੇ ਹਨ ਕਿ ਉਹ ਵੀ ਡਾਕੂਆਂ ਨੇ ਰਸਤੇ ਦੇ ਅੰਦਰ ਲੁੱਟ ਲਿਆ ਤੇ ਖਾਲੀ ਹੱਥ ਆਪਣੇ ਟਿਕਾਣਿਆਂ ਤੇ ਬਾਬਾ ਦਾਤੂ ਜੀ ਆ ਗਏ। ਪਰ ਇੱਕ ਲੱਤ ਦੇ ਅੰਦਰ ਦਰਦ ਜਿਹੜੀ ਨਾ ਉਹ ਪੈਦਾ ਹੋ ਗਈ, ਜਿਹੜੀ ਲੱਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਾਰੀ ਸੀ। ਮੈਂ ਬੇਨਤੀ ਕਰ ਦੇਵਾਂ, ਦਾਸੂ ਜੀ ਸਮਝ ਗਏ ਸਮਾਂ ਪਾ ਕੇ, ਕਿਉਂਕਿ ਉਹਨਾਂ ਨੂੰ ਵੀ ਪਾਗਲਪੁਣਾ ਹੋ ਗਿਆ।
ਤੇ ਮਾਤਾ ਖੀਵੀ ਜੀ ਨੇ ਸਮਝਾਇਆ ਤੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ, ਬਖਸ਼ੇ ਗਏ, ਗੁਰੂ ਦੀ ਕਿਰਪਾ ਹੋ ਗਈ। ਪਰ ਬਾਬਾ ਦਾਤੂ ਜੀ ਨਹੀਂ ਸਮਝੇ, ਹਾਂ ਸਮਾਂ ਪਾ ਕੇ ਸਮਝ ਆ ਗਈ। ਗੁਰੂ ਅਰਜਨ ਦੇਵ ਜੀ ਦੇ ਟਾਈਮ ਜਾ ਕੇ ਇਤਿਹਾਸ ਨੂੰ ਪੜ੍ਹੀਏ, ਜਦੋਂ ਗੁਰੂ ਕੀ ਸ਼ਰਨ ਵਿੱਚ ਆਏ ਕਿਰਪਾ ਹੋ ਗਈ, ਪਰ ਬਹੁਤ ਦੇਰ ਬਾਅਦ, ਉਹ ਵੀ ਉਦੋਂ ਹੋਈ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਗਏ। ਮੈਂ ਬੇਨਤੀ ਕਰ ਰਿਹਾ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਸਭ ਤੋਂ ਪਹਿਲਾਂ ਨਾ ਜਿਹੜਾ ਭਿੱਟ ਦਾ ਇਹ ਲੋਕਾਂ ਦੇ ਅੰਦਰ ਬਣਿਆ ਹੋਇਆ ਸੀ, ਉਹ ਭੇਦ ਭਾਵ ਮਿਟਾਉਣ ਦੇ ਲਈ ਬੌਲੀ ਸਾਹਿਬ ਦੀ ਸਿਰਜਣਾ ਕੀਤੀ। ਉਸ ਤੋਂ ਬਾਅਦ ਜਾਤ ਪਾਤ ਦੇ ਜਿਹੜੇ ਬੰਧਨ ਨੇ ਇਹਨਾਂ ਨੂੰ ਕੱਟਿਆ। ਛੂਤ ਛਾਤ ਦੀ ਜਿਹੜੀ ਗੱਲ ਸੀ, ਇਹਨੂੰ ਵੱਡੇ ਛੋਟੇ ਦੀ ਗੱਲ ਨੂੰ ਮਿਟਾਉਣ ਵਾਸਤੇ ਪੰਗਤ ਤੇ ਸੰਗਤ ਦੀ ਗੱਲ ਕੀਤੀ। ਸੰਗਤ ਪੰਗਤ ਨਹੀਂ, ਪੰਗਤ ਸੰਗਤ। ਪਹਿਲਾਂ ਪੰਗਤ ਵਿੱਚ ਆਓ, ਫਿਰ ਸੰਗਤ ਵਿੱਚ ਗੁਰੂ ਕੇ ਦੀਦਾਰ ਹੋਣਗੇ। ਭਾਵੇਂ ਅਕਬਰ ਬਾਦਸ਼ਾਹ ਹੋਵੇ, ਭਾਵੇਂ ਹਰੀਪੁਰ ਦਾ ਰਾਜਾ ਹੋਵੇ, ਆਪਣੀਆਂ ਰਾਣੀਆਂ ਦੇ ਸਹਿਤ ਆਵੇ। ਇੱਥੋਂ ਤੱਕ ਮੈਂ ਬੇਨਤੀ ਕਰਾਂਗਾ, ਠੀਕ ਹੈ ਅੱਜ ਘੁੰਡ ਕੱਢਣ ਦੀ ਪ੍ਰਥਾ ਜਿਹੜੀ ਨਾ ਇਹ ਸਾਡੇ ਵਿੱਚੋਂ ਖਤਮ ਹੋ ਗਈ ਹੈ, ਪਰ ਇਸ ਪ੍ਰਥਾ ਨੂੰ ਖਤਮ ਕਰਨ ਵਾਸਤੇ ਪਹਿਲਾ ਕਦਮ ਆਪ ਜੀ ਨੂੰ ਪਤਾ ਹੈ ਕਿਹਨਾਂ ਨੇ ਪੁੱਟਿਆ ਸੀ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਜਦੋਂ ਹਰੀਪੁਰ ਦੀ ਰਾਣੀ ਆਈ, ਘੁੰਡ ਕੱਢ ਕੇ ਆਈਆਂ, ਉਹਨਾਂ ਨੇ ਆਖਿਆ ਸਤਿਗੁਰਾਂ ਨੇ ਇਹ ਕਮਲੀ ਨੂੰ ਕਹੋ ਘੁੰਡ ਨਾ ਕੱਢੇ, ਪਰਦਾ ਨਹੀਂ ਕਰਨਾ ਗੁਰੂ ਕੀ ਸੰਗਤ ਦੇ ਅੰਦਰ। ਉਸ ਵੇਲੇ ਤੋਂ ਲੈ ਕੇ ਸਾਧ ਸੰਗਤ ਇਹ ਪਰਦਾ ਕਰਨ ਦੀ, ਘੁੰਡ ਕੱਢਣ ਦੀ ਜਿਹੜੀ ਪ੍ਰਥਾ ਹੈ ਗੁਰੂ ਮਹਾਰਾਜ ਨੇ ਸਮਾਪਤ ਕੀਤੀ। ਆ ਸਤੀ ਪ੍ਰਥਾ, ਜਿਉਂਦੀ ਜਿਹੜੀ ਹੈ ਨਾ ਪਤਨੀ, ਉਹਨੂੰ ਮੋਏ ਹੋਏ ਪਤੀ ਦੇ ਨਾਲ ਸੜਨਾ ਪੈਂਦਾ ਸੀ, ਧੱਕੇ ਨਾਲ ਸਾੜਿਆ ਜਾਂਦਾ ਸੀ, ਕਿਉਂਕਿ ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ। ਸਤਿਗੁਰੂ ਮਹਾਰਾਜ ਨੇ ਆਖਿਆ ਮੁਰਦੇ ਦੀ ਲੋਥ ਨਾਲ, ਧੱਕੇ ਨਾਲ ਜਿਹੜੀਆਂ ਸੜਦੀਆਂ ਨੇ ਸਤੀਆਂ, ਉਹ ਨਹੀਂ। ਸਤੀਆਂ ਵਸ ਵਿੱਚ ਉਹ ਨੇ ਜਿਹੜਾ ਆਪਣੇ ਪਤੀ ਦੀ ਬਿਰਹਾ ਦੀ ਚੋਟ ਵਿੱਚ ਮਰਦੀਆਂ ਨੇ, ਪ੍ਰਭੂ ਪਿਆਰ ਦੇ ਵਿੱਚ ਮਰਦੀਆਂ ਨੇ, ਪ੍ਰਭੂ ਦੀ ਕਿਰਪਾ ਦੇ ਪਾਤਰ ਬਣਦੀਆਂ ਨੇ, ਉਹ ਹਨ ਅਸਲ ਵਿੱਚ ਸਤੀਆ। ਸਤੀ ਪ੍ਰਥਾ ਕਾਨੂੰਨਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰੇਰਨਾ ਕਰਕੇ ਅਕਬਰ ਦੇ ਰਾਹੀਂ ਸਤਿਗੁਰੂ ਮਹਾਰਾਜ ਨੇ ਇਹ ਪ੍ਰਥਾ ਬੰਦ ਕਰਾਈ। ਜਥੇਬੰਦਕ ਤੌਰ ਤੇ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਮੰਜੀਦਾਰ ਵੀਰ ਹਨ ਤੇ ਜਿਹੜੇ ਪੀੜੇ ਹਨ ਇਹਨਾਂ ਦੇ ਉੱਤੇ ਬੀਬੀਆਂ ਨੂੰ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਇਉਂ ਕਹਿ ਲਈਏ 22 ਸੈਂਟਰ ਤੇ ਜਿਹੜੇ 52 ਨੇ ਨਾ, ਇਹ ਸਬ ਸੈਂਟਰ ਜਿਹੜੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਣਾਏ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਜੋ ਘਾਲਣਾ ਘਾਲੀ, ਜੋ ਬਾਣੀ ਉਚਾਰਨ ਕੀਤੀ, ਪਿਆਰਿਓ ਅੱਜ ਵੀ ਸਾਡੇ ਕੋਲ ਉਹ ਬਾਣੀ ਸੁਭਾਈਮਾਨ ਹੈ। ਕਿਉਂਕਿ ਆਪਾਂ ਪੜ੍ਹਦੇ ਹਾਂ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿਰ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ ਧਿਆਨ ਲਈਏ ਪਉ ਮੁਕੈ, ਗੁਰੂ ਅਮਰਦਾਸ ਪਰਸੀਐ ਅਬਹੁ ਲਬੈ ਗਉ ਚੁਕੈ, ਇੱਕ ਬਿਨ ਦੁਗਨ ਜੋ ਤੋ ਰਹਿ ਜਾਂ ਸੁਮੰਤਰ ਮਾਨਵੈ ਲਹੈ, ਜਾਲ ਪਾ ਪਦਾਰਥ ਇਤਰੇ ਗੁਰੂ ਅਮਰਦਾਸ ਜਿੱਠੇ ਮਿਲੈ। ਜਿਹੜੇ ਸਤਿਗੁਰੂ ਮਹਾਰਾਜ ਆਪ ਬ੍ਰਹਮਚਾਰੀਆਂ ਦਾ, ਸੰਨਿਆਸੀਆਂ ਦਾ ਆਪਣੇ ਜੀਵਨ ਦੇ ਅੰਦਰ ਸੰਗ ਕਰਦੇ ਨੇ, ਉਹ ਆਖਦੇ ਨੇ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੇ ਨੋ ਪਰਚੋ ਲਾਇਓ, कहते कहती सुनी रहत को खुशी न आयो, हर नाम छोड़ दूजे लगे तिनके गुण हो क्या कहूं, गुर दई मिलाए पिखिया जिव तू रखै तिव रहूं, चरण त परस कियथ चरण गुर अमल पवल रहे, हाथा परस सकयथ हाथ लगे गुर अमर पै, जीता परस कियथ जी गुरु अमर परीजै, ਸਰਵੰਤ ਪਰਸ ਕਿਆਥ ਸਰਵਨ ਗੁਰ ਅਮਰ ਸੁਨੀਜੈ, ਸਕਿਆਸੋ ਹਿਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ, ਸਤ ਸੋ ਸਿਰਜਾਲ ਭਰੈ ਜੋ ਸਿਰ ਨਿਵੈ ਗੁਰ ਅਮਰ ਨਿਤ। ਮੇਰੀ ਬੇਨਤੀ ਸਾਧ ਸੰਗਤ ਇੱਕ ਇੱਕ ਅੰਗ ਦੀ ਗੱਲ ਕੀਤੀ ਸਫਲ ਹੋ ਜਾਏਗਾ। ਜਿਹੜਾ ਗੁਰੂ ਅਮਰਦਾਸ ਜੀ ਦੇ ਅੱਗੇ ਝੁਕੇਗਾ। ਤੇ ਗੁਰੂ ਅਮਰਦਾਸ ਜੀ ਕਿੱਥੇ ਨੇ, ਕਿਵੇਂ ਝੁਕਾਂਗੇ? ਸਾਧ ਸੰਗਤ ਬਾਬਾ ਨਾਨਕ ਦੇ ਸਬੰਧ ਵਿੱਚ ਆਖਿਆ ਸੀ ਨਾ, ਸਤਿਗੁਰੂ ਮਹਾਰਾਜ ਦੇ ਇਤਿਹਾਸਕਾਰਾਂ ਨੇ ਬਾਬਾ ਨਾ ਗੋਰ ਨਾ ਮੜੀ ਗੁਰ ਅੰਗਦ ਕੇ ਹੀਏ ਮੈਂ। ਤੇ ਪਿਆਰਿਓ ਇਹ ਗੱਲ ਚੱਲਦੀ ਗਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕੀਤੀ ਤੇ ਨਾਲ ਹੀ ਸਾਨੂੰ ਸਭ ਨੂੰ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,
ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਆਪਾਂ ਸਾਰੇ ਆਪਣੇ ਜੀਵਨ ਦੇ ਅੰਦਰ ਇਹ ਧਾਰਨ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਪੰਜਾਂ ਪਿਆਰਿਆਂ ਦੇ ਕੋਲ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਗੁਰ ਦੀਖਿਆ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੀਏ ਤੇ ਫਿਰ ਜੀਵਨ ਸਾਡਾ ਸਕਾਰਥਾ ਹੋ ਜਾਵੇਗਾ, ਸਫਲ ਹੋ ਜਾਵੇਗਾ। ਆਓ ਜੋ ਸ਼ਬਦ ਅੱਜ ਆਇਆ ਹੈ, ਇਸ ਦੀ ਵਿਚਾਰ ਆਪਾਂ ਸਾਰੇ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਹੈ, ਮਹੱਲਾ ਪੰਜਵਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਮਾਇਆ ਮੋਹ ਮਗਨ ਅੰਧਿਆਰ, ਦੇਵਨ ਹਾਰ ਨਾ ਜਾਣੈ। ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਅੰਧੇਰਾ ਹੀ ਹੈ। ਜਿਵੇਂ ਹਨੇਰੇ ਵਿੱਚ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਵਿੱਚ ਮਾਇਆ ਦਾ ਮੋਹ ਹੈ, ਆਤਮਕ ਹਨੇਰਾ ਹੈ। ਉਹ ਕਿਹੜਾ ਹਨੇਰਾ ਹੈ? ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਇਹ ਹਨੇਰਾ ਜਿਸ ਦੇ ਜੀਵਨ ਵਿੱਚ ਹੈ, ਉਹ ਹਰ ਦਾਤ ਨੂੰ, ਹਰ ਚੀਜ਼ ਨੂੰ ਆਪਣੀ ਜਾਣਦਾ ਹੈ, ਪਰ ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਹੈ ਉਸ ਨੂੰ ਉਹ ਜਾਣਦਾ ਨਹੀਂ, ਉਹ ਪਹਿਚਾਨਦਾ ਨਹੀਂ। ਮਹਾਰਾਜ ਆਖਦੇ ਨੇ, ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ। ਦੇਣ ਵਾਲਾ ਕੌਣ ਹੈ? ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਬੜੇ ਸ਼ਬਦ ਨੇ ਪਾਵਨ ਬਾਣੀ ਦੇ ਅੰਦਰ ਪ੍ਰਮਾਣ ਦੇ ਤੌਰ ਤੇ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾ, ਸਾਰੀ ਬਾਣੀ ਨੂੰ ਪੜ੍ਹ ਲਓ, ਕਿਤੇ ਮਾਇਆ ਦੇ ਤਿਆਗ ਦੀ ਗੱਲ ਨਹੀਂ, ਮਾਇਆ ਦੇ ਮੋਹ ਦੀ ਤਿਆਗ ਦੀ ਗੱਲ ਹੈ, ਮਮਤਾ ਦੀ ਤਿਆਗ ਦੀ ਗੱਲ ਹੈ। ਮਮਤਾ ਨੂੰ ਤਿਆਗਣਾ, ਕਿਉਂਕਿ ਜੋ ਮਾਇਆ ਮਮਤਾ ਤਜੈ, ਮਹਾਰਾਜ ਆਖਦੇ ਨੇ ਜਿਹੜਾ ਮਾਇਆ ਦੀ ਮਮਤਾ ਛੱਡ ਦਿੰਦਾ ਹੈ, ਉਹ ਕੀ ਹੈ? ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਸਭ ਤੋਂ ਉਦਾਸ ਹੋ ਜਾਂਦਾ ਹੈ, ਰਹਿੰਦਾ ਜਗਤ ਵਿੱਚ ਹੈ। ਵਾਹਿਗੁਰੂ ਦਾ ਉਸ ਦੇ ਘਟ ਵਿੱਚ ਨਿਵਾਸ ਹੋ ਜਾਂਦਾ ਹੈ, ਕਿਉਂਕਿ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇਆ। ਦੂਜੇ ਪਾਸੇ ਉਹ ਬਚ ਗਏ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮਾਇਆ ਦੇ ਮੋਹ ਦੇ ਕਾਰਨ, ਆਤਮਕ ਅੰਧੇਰਾ ਹੋਣ ਦੇ ਕਾਰਨ ਬੰਦਾ ਹਰ ਚੀਜ਼ ਤੇ ਆਪਣਾ ਦਾਵਾ ਕਰਦਾ ਹੈ, ਆਪਣਾ ਜਿਹੜਾ ਨਾ ਹੱਕ ਜਮਾਂਦਾ ਹੈ, ਪਰ ਦੇਨਹਾਰ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਆਪਨੋ ਕਰ ਮਾਨੈ। ਜਿਨੇ ਸਰੀਰ ਬਣਾਇਆ ਵਿੱਚ ਜਿੰਦ ਪਾਈ, ਉਸ ਵਾਹਿਗੁਰੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਬਸ ਆਪਣੇ ਬਲ ਦੀ ਗੱਲ, ਆਪਣੀ ਤਾਕਤ ਦੀ ਗੱਲ। ਆ ਕਈ ਵਾਰੀ ਆਪਾਂ ਸ਼ੁਕਰਾਨਾ ਦੁਕਾਨਾਂ ਦਾ ਕਰਦੇ ਆ, ਘਰਾਂ ਦਾ ਕਰਦੇ ਆ, ਪਰ ਮੇਰੀ ਬੇਨਤੀ, ਗੁਰੂ ਦੀ ਗੱਲ ਘੱਟ ਤੇ ਬੰਦੇ ਦੀ ਜ਼ਿਆਦਾ। ਬੰਦੇ ਦੀ ਗੱਲ ਜ਼ਿਆਦਾ। ਹਾਲੇ ਕਿ ਗੁਰੂ ਨੂੰ ਘਰ ਵਿੱਚ ਲਿਆਂਦਾ ਹੈ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਦਾਤ ਮੇਰੀ ਦਾਤ ਦਾ ਸ਼ੁਕਰਾਨਾ ਕਰਨਾ ਹੈ, ਪਰ ਸਾਧ ਸੰਗਤ ਦਾਤੇ ਦੀ ਗੱਲ, ਉਹ ਜਿਵੇਂ ਆਪਾਂ ਬਚਨ ਪੜ੍ਹਦੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਕੀਤੇ ਕੋ ਮੇਰਾ ਸਨਮਾਨੈ ਕਰਨਹਾਰ ਤ੍ਰਿਣ ਜਾਣੈ। ਕਰਨ ਵਾਲਾ ਜਿਹੜਾ ਹੈ ਨਾ, ਉਹਨੂੰ ਘਾਹ ਦੀ ਬਰਾਬਰ ਥੋੜੀ ਜਿਹੀ ਗੱਲ ਉਹਦੀ ਕਰ ਦਿੱਤੀ, ਬਾਕੀ ਸਭ ਆਪਣੀਆਂ। ਆਪਣੇ ਆਪ ਨੂੰ ਸਮੇਰ ਪਰਬਤ ਦੇ ਬਰਾਬਰ। ਹਾਲੇ ਕਿ ਸਾਨੂੰ ਸਮਝਾਇਆ ਸੀ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤੇ ਉਪਾਏ। ਕਉ ਨਾਨਕ ਅਬ ਓਟ ਹਰ, ਗਜ ਜਿਉ ਹੋ ਸੁਹਾਏ। ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ।
नानक सब किश तुमरे हाथ में, तुम ही हो सहाय। तन धन जय तो को दियो, तास्यो नेहो न कीन। कहो नानक नर बावरे, अब क्यों डोलत दीन। जिन्ने शरीर दिता, शरीर में जिंद पाई, ਉਹ ਭੁੱਲ ਗਿਆ। ਹਾਲੇ ਕਿ ਸਭ ਕੁਝ ਭੁੱਲ ਜਾਣਾ ਸੀ, ਉਹਨੂੰ ਨਹੀਂ ਸੀ ਭੁੱਲਣਾ। ਇਸ ਪਾਰੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੈ ਦਿਹੁਰਾ ਕਰਿਆ। ਉਕ ਜੋਤ ਲੈ ਸੁਰਤ ਪਰੀਖਿਆ, ਮਾਤ ਗਰਮ ਮੈਂ ਜਿਨ ਤੂੰ ਰਾਖਿਆ। ਰਾਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਚਾਹੀਦਾ ਤਾਂ ਇਹ ਸੀ, ਪਰ ਮਹਾਰਾਜ ਆਖਦੇ ਨੇ ਉਸ ਨੂੰ ਜਾਣਦਾ ਨਹੀਂ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ। ਐ ਮੂਰਖ ਮਨ, ਤੂੰ ਇਹ ਨਾ ਸਮਝ ਕਿ ਰੱਬ ਵੇਖਦਾ ਨਹੀਂ। ਵਾਹਿਗੁਰੂ ਪਰਮਾਤਮਾ ਮਾਲਕ ਪ੍ਰਭੂ ਸਭ ਕੁਝ ਵੇਖ ਰਿਹਾ ਹੈ। ਜੋ ਕਿਛ ਕਰਹਿ ਸੋਈ ਸੋਈ ਜਾਣੈ, ਰਹਿ ਨਾ ਕਛੂ ਐਸ਼ਾਨੀ। ਜੋ ਤੂੰ ਕਰਦਾ ਹੈ ਉਸ ਕੋਲੋਂ ਕੋਈ ਗੱਲ ਲੁਕੀ ਛਿਪੀ ਨਹੀਂ। ਸਭ ਕੁਝ ਉਹ ਜਾਣਦਾ ਹੈ। ਹਰ ਸਮੇਂ ਹਰ ਵੇਲੇ ਉਹ ਨਾਲ ਖੜਾ ਹੋ ਕੇ ਵੇਖ ਰਿਹਾ ਹੈ। ਰਹਾਉ ਜਿਹਵਾ ਸਵਾਦ ਲੋਭ ਮਦ ਮਾਤ, ਉਪਜੇ ਅਨਕ ਬੇਕਾਰਾ। ਜੀਵਾ ਦਾ ਸਵਾਦ ਤੇ ਲੋਭ ਦੇ ਵਿੱਚ ਮਸਤ ਹੋ ਕੇ, ਲੋਭ ਦਾ ਨਸ਼ਾ ਜਿਹੜਾ ਨੇ ਇਸ ਵਿੱਚ ਮਸਤ ਹੋ ਕੇ ਤੂੰ ਆਪਣੇ ਜੀਵਨ ਦੇ ਅੰਦਰ ਵਿਚਰਦਾ, ਜਿਸ ਕਾਰਨ ਕਰਕੇ ਤੇਰੇ ਅੰਦਰ ਅਨੇਕਾਂ ਹੀ ਵਿਕਾਰ ਪੈਦਾ ਹੋ ਜਾਂਦੇ ਹਨ। ਬਹੁਤ ਜੋਨ ਭਰਮਤ ਦੁਖ ਪਾਇਆ, ਹਉ ਮੈਂ ਬੰਧਨ ਕੇ ਭਾਰਾ। ਹਾਂ, ਮੈਂ ਦੇ ਜਿਹੜੇ ਭਾਰ ਨੇ ਬਨ ਕੇ ਤੂੰ ਆਪਣੇ ਸਿਰ ਦੇ ਉੱਤੇ ਚੁੱਕੇ ਹੋਏ ਨੇ, ਭਾਰ ਚੁੱਕਿਆ ਹੋਇਆ ਹੈ। ਹਉਮੈ ਦਾ ਭਾਰ ਤੂੰ ਆਪਣੇ ਸਿਰ ਉੱਤੇ ਲੱਦੀ ਫਿਰਦਾ, ਚੁੱਕੀ ਫਿਰਦਾ ਹੈ, ਜਿਸ ਕਾਰਨ ਕਰਕੇ ਇੱਕ ਵਿਕਾਰ ਤੇ ਇੱਕ ਹਉਮੈ ਦਾ ਭਾਰ ਜਿਹੜਾ ਹੈ ਨਾ, ਇਹ ਤੇਰੇ ਸਿਰ ਦੇ ਉੱਤੇ ਹੈ। ਤੂੰ ਇਹਨੂੰ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਹੈ। ਤੈਨੂੰ ਬਾਰ-ਬਾਰ ਇਸੇ ਕਰਕੇ ਜਨਮ ਲੈਣਾ ਪੈਂਦਾ ਹੈ। ਤੇਰਾ ਜਨਮ ਮਰਨ ਦਾ ਚੱਕਰ ਮਿਟਦਾ ਨਹੀਂ। ਦੇ ਕਿਵਾੜ ਅਨਕ ਪੜਦੇ ਮਹਿ, ਪਰਦਾਰਾ ਸੰਗ ਫਾਕੈ। ਸਤਿਗੁਰਾਂ ਨੇ ਸਾਡੇ ਉੱਤੇ ਕਿੰਨੀ ਕਿਰਪਾ ਕੀਤੀ। ਪਰ ਪੁਰਸ਼ ਤੇ ਪਰ ਇਸਤਰੀ ਦਾ ਸੰਗ ਰਹਿਤ ਮਰਿਆਦਾ ਦੇ ਅੰਦਰ ਅੰਕਿਤ ਕਰ ਦਿੱਤਾ, ਕੁਰੈਤ ਕਹਿ ਦਿੱਤੀ। ਪਰ ਪੁਰਸ਼ ਤੇ ਪਰ ਇਸਤਰੀ ਦਾ ਸੰਗ, ਇਹ ਗੱਲਾਂ ਸਾਨੂੰ ਭਾਈ ਗੁਰਦਾਸ ਜੀ ਨੇ ਵੀ ਸਮਝਾਈਆਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਮਝਾਈਆਂ। ਪਰ ਵਿਕਾਰੀ ਬੰਦਾ ਹਉਮੈ ਦੇ ਵਿੱਚ ਫਸਿਆ ਹੋਇਆ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਕੀ ਕਰਦਾ ਹੈ? ਪਹਿਲਾਂ ਦਰਵਾਜ਼ਾ ਬੰਦ ਕਰਦਾ, ਫਿਰ ਅਨੇਕਾਂ ਪਰਦੇ ਕਰਦਾ ਤੇ ਪਰਾਈਆਂ ਔਰਤਾਂ ਦੇ ਨਾਲ ਖੇ ਖਾਂਦਾ ਹੈ। ਚਿੱਤਰ ਗੁਪਤ ਜਬ ਲੇਖਾ ਮੰਗ ਹੈ, ਤਬ ਕੌਣ ਪੜਦਾ ਤੇਰਾ ਢਾਕੈ। ਕਰ ਲੈ ਦਰਵਾਜ਼ੇ ਬੰਦ, ਕਰ ਲੈ ਅੱਗੇ ਪੜਦੇ, ਪਰ ਚੇਤੇ ਰੱਖੀ ਜਦੋਂ ਧਰਮ ਰਾਜ ਦੇ ਜਿਹੜੇ ਦੋ ਹਨ ਚਿੱਤਰ ਤੇ ਗੁਪਤ, ਇਹਨਾਂ ਨੇ ਜਦੋਂ ਲੇਖਾ ਮੰਗਿਆ, ਫਿਰ ਤੇਰਾ ਪਰਦਾ ਕੌਣ ਢੱਕੇਗਾ? ਕਿਉਂਕਿ ਉਸ ਵੇਲੇ ਗੱਲ ਨਸ਼ਰ ਹੋ ਜਾਣੀ। ਜੋ ਕੀਨੋ ਸੋ ਜਾਣਿਓ ਪੇਖਿਓ, ਠੌਰ ਨਹੀਂ ਕਸ਼ ਢੀਠ ਮੁਕਰਨ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਪਰ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਬਾਅਦ ਵਿੱਚ ਇੱਕ ਢੰਗ ਦੱਸਿਆ ਸਾਨੂੰ। ਦੀਨਾਂ ਦੇ ਦੁੱਖ ਦੂਰ ਕਰਨ ਵਾਲੇ, ਸਰਵ ਵਿਆਪਕ ਵਾਹਿਗੁਰੂ ਪਰਮਾਤਮਾ, ਦੀਨਾਂ ਦੀ ਸਹਾਇਤਾ ਤੂੰ ਕਰਦਾ ਹੈ, ਦੀਨਾਂ ਉਤੇ ਦਇਆ ਤੂੰ ਕਰਦਾ ਹੈ, ਸਰਵ ਵਿਆਪਕ ਤੂੰ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਤੂੰ ਹੈ। ਤੇਰੀ ਸ਼ਰਨ ਵਿੱਚ ਆਏ ਹਾਂ, ਤੇਰੇ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ। ਅਰਦਾਸਾਂ ਕਰਨੀਆਂ ਨੇ ਕਿ ਜਿਸ ਕਾ ਤਨ ਮਨ ਧਨ ਸਭ, ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਨਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜੀ ਕੀ ਏਕ ਹੀ ਪਹਿ ਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ, ਤਿਨ ਤਿਲਨੀ ਕੀਮਤ ਜਾਨੀ। ਅਰਦਾਸ ਕਰਨੀ ਹੈ ਕਿਹੜੀ? ਸਾਧ ਸੰਗਤ, ਅਬ ਮੈਂ ਕੌਣ ਉਪਾਉ ਕਰੂੰ, ਜੈ ਬਿਦ ਮਨ ਕੋ ਸੰਸਾ ਚੁਕੈ, ਭਉ ਨਿਦ ਪਾਰ ਪਰੂੰ। ਮਹਾਰਾਜ ਆਖਦੇ ਨੇ, ਦੀਨਾਂ ਤੇ ਦਇਆ ਕਰਨ ਵਾਲਿਓ, ਸਰਵ ਵਿਆਪਕ ਹੋ, ਦੁੱਖਾਂ ਦਾ ਨਾਸ਼ ਕਰਨ ਵਾਲਿਓ, ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕੋਈ ਆਸਰਾ ਨਹੀਂ। ਕਾਢ ਲੇਹੋ ਸੰਸਾਰ ਸਾਗਰ ਮਹਿ,
ਨਾਨਕ ਪ੍ਰਭ ਸਰਣਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਆਖਦੇ ਨੇ, ਹੇ ਪ੍ਰਭੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੇ ਕਿਰਪਾ ਕਰੋ, ਮੈਨੂੰ ਇਸ ਸੰਸਾਰ ਸਾਗਰ ਤੋਂ ਬਚਾ ਲਓ, ਇਸ ਤੋਂ ਪਾਰ ਉਤਾਰ ਦਿਓ, ਕਿਉਂਕਿ ਗੁਰਸਿੱਖ ਰਾਖੇ ਗੁਰੂ ਗੋਪਾਲ, ਮਹਾ ਭਵਜਲ ਤੇ ਕਾੜ ਲਿਏ ਆਪਣੀ ਨਦਰ ਨਿਹਾਲ। गुर के चरण जी का निस्तारा, समुद्र सागर जिन खिन में तारा, कोई होवा कर्म रत कोई तीर्थ नहाया, दासी हर का नाम त्याया, बंधन काटन हार स्वामी, जन नानक सिमरै अंतरजामी। अरदास करनी, जे विकारां विच पै ही गए हां या माड़े कर्मां विच फस गए हां ते कढ़ना भी वाहिगुरू परमात्मा ने, उस दे चरनां विच अरदास करिए, सतगुरु दातां तेरिया ने, ਕਿਰਪਾ ਕਰ ਇਹਨਾਂ ਦਾਤਾਂ ਦੇ ਵਿੱਚ ਰਹਿੰਦਿਆਂ ਤੇਰਾ ਨਾਮ ਜਪ ਕੇ ਤੇਰੀ ਸ਼ਰਨ ਵਿੱਚ ਟਿਕ ਕੇ ਅਸੀਂ ਵੀ ਆਪਣਾ ਲੋਕ ਅਤੇ ਪਰਲੋਕ ਜਿਹੜਾ ਹੈ ਇਹਨੂੰ ਸਵਾਰ ਸਕੀਏ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਇੱਕ ਵਾਰੀ ਸਤਿਗੁਰਾਂ ਦੇ ਆਗਮਨ ਪੁਰਬ ਦੀ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜੀ। ਭੁੱਲਾਂ ਚੁੱਕਾਂ ਦੀ ਖਿਮਾ। आओ अखीरलियां पंक्तियां दा पाठ सरवण करो जी। दीन दयाल पूरन दुख भंजन, तुम बिन ओट ना काई। काढ़ लेवो संसार सागर में, नानक प्रभ सरणाई। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।